भी नहीं सी, वो भी पूरा तकड़ा सी। पर दा मार के दुल्ले ने अर्जन नूं थल्ले सुट लिया। टकिया के दो धौलां उहदी गर्दन उत्ते धर दित्तियां। जोर दी एक अड्डी उहदी बक्खी विच भी मारी। अर्जन फुड़क के रह गया। दुल्ले ने आसा पासा देखिया, गुत्थम गुत्थी हुंदे उन्हां नूं पिंड दे किसे बंदे ने देख लिया। अर्जन नूं उत्थे पिया छड्ड के उत्थों ही काले कदमी वापस मुड़िया। उत्थों उसदे पिंड विच उहदा कौन सी? बगाने पिंड विच ਉਹਨੂੰ ਤਾਂ हर कोई कोसेगा। की पता की गल्लां बननियां। ਗਿੰਦਰ ਜਾਂ ਉਸਦਾ ਪਿਓ ਕਹਿਰ ਸਿੰਘ ਉਸਦਾ ਕੀ ਲੱਗਦਾ ਹੈ? ਹਰਨਾਮੀ ਉਹਦੇ ਨਾਲ किस रिश्ते की हामी भरेगी? इस पिंडों ਤਾਂ ਉਹ ਭੱਜਣਾ ही ठीक है। ਕੋਲੇ के जाण ਦੀ ਥਾਂ ਉਹ ਸੇਲ ਬਹਾਰ ਦੇ ਰਾਹ ਪੈ ਗਿਆ। ਮੁੜ ਕੇ ਉਹ ਕਦੇ ਕੋਠੇ ਖੜਕ ਸਿੰਘ ਨਹੀਂ ਆਇਆ। ਹਰਨਾਮੀ ਕਦੇ ਹੰਡਿਆਈ ਗਈ ਤਾਂ ਉਹਨੂੰ ਮਿਲਣ ਉਹਨਾਂ ਦੇ ਘਰ ਨਹੀਂ ਗਿਆ। ਹਰਨਾਮੀ ਵੀ ਸਮਝ ਗਈ ਕਿ ਦੁੱਲੇ ਕੋਲੋਂ ਉਸਦਾ ਸਦਾ ਲਈ ਖਹਿੜਾ ਛੁੱਟ ਗਿਆ। की लैना सी ਉਹਨੇ ਦੁੱਲੇ ਤੋਂ? ਗੇਲੀ ਵਰਗਾ ਨਵਾਂ ਹੱਡ ਉਹਦੇ ਤੋਂ ਮਰ ਜਾਣ ਵਾਲਾ ਅਰਜਨ ਉਹਦੇ ਹੱਥ ਵਿੱਚ ਸੀ। ਉਸ ਦਿਨ ਦੁੱਲੇ ਨਾਲ ਹੋਈ ਹੱਥਾ ਪਾਈ ਵਿੱਚ ਚਾਹੇ ਦੁੱਲੇ ਨੇ ਅਰਜਨ ਦੀ ਗੋਡੀ ਲਵਾ ਦਿੱਤੀ। ਉਹ ਉੱਠ ਨਹੀਂ ਸਕਿਆ ਸੀ, ਪਰ ਅੱਖਾਂ ਝਮਕ ਕੇ ਜਦੋਂ ਉਹਨੇ ਦੇਖਿਆ ਕਿ ਦੁੱਲਾ ਉੱਥੇ ਨਹੀਂ ਹੈ ਤਾਂ ਉਹਨੂੰ ਖੁਸ਼ੀ ਹੋਈ ਸੀ। ਉਹਨੂੰ ਚੰਗਾ ਚੰਗਾ ਲੱਗ ਰਿਹਾ ਸੀ। ਉਹਨੇ ਦੁੱਲੇ ਨੂੰ ਪਿੰਡੋਂ ਭਜਾ ਦਿੱਤਾ ਹੈ। ਉਸ ਵੇਲੇ ਉਹ ਗਿੰਦਰ ਦੇ ਘਰ ਜਾ ਕੇ ਹਰਨਾਮੇ ਨੂੰ ਸਾਰੀ ਗੱਲ ਦੱਸੀ। ਇਹ ਵੀ ਦੱਸਿਆ ਕਿ ਉਹਦੀ ਧੌਣ ਤੇ ਬੱਖੀ ਵਿੱਚ ਦਰਦ ਹੈ, ਕਰੜੀਆਂ ਸੱਟਾਂ ਲੱਗੀਆਂ ਨੇ। ਹਰਨਾਮੀ ਨੇ ਹਰ ਵਿੱਚ ਕੜਦਾ ਤੌੜੀ ਦਾ ਦੁੱਧ ਲਾਇਆ ਤੇ ਦੁੱਧ ਵਿੱਚ ਘਿਓ ਪਾ ਕੇ ਵੱਡਾ ਗਲਾਸ ਉਹਨੂੰ ਦੇ ਦਿੱਤਾ। ਇੰਨਾ ਦੁੱਧ ਤੋਂ ਪੀਤਾ ਨਹੀਂ ਜਾ ਰਿਹਾ ਸੀ। ਪੀਣ ਨੂੰ ਤਾਂ ਹੋ ਕੋਈ ਬਹੁਤਾ ਦੁੱਧ ਨਹੀਂ ਸੀ। ਇਸ ਨਾਲ ਉਹ ਦੁੱਗਣਾ ਦੁੱਧ ਪੀ ਜਾਂਦਾ ਹੁੰਦਾ ਸੀ। ਪਰ ਉਸ ਸਮੇਂ ਜਿਵੇਂ ਦੁੱਧ ਦੀ ਘੁੱਟ ਬਾਹਰ ਨੂੰ ਆ ਰਹੀ ਹੋਵੇ, ਉਹ ਕਾਲਜਾ ਫੜ ਕੇ ਕਰਕੇ ਧੜਕ ਰਿਹਾ ਸੀ। ਹਰਨਾਮੀ ਉਹਨੂੰ ਵਾਰ-ਵਾਰ ਕਹਿ ਰਹੀ ਸੀ, ਪੀ ਜਾ ਸਾਰਾ, ਗਰਮੀ ਹੈ, ਸਰੀਰ ਖੁੱਲ ਜੂ। ਤੇ ਫਿਰ ਉਹ ਕਹਿੰਦੀ, ਕੌਣ ਕੀਤੀ ਟਹਿ ਜਾਣੇ ਨੇ, ਤੂੰ ਜਾੜਾਂ ਉਖੇੜ ਦਿੰਦਾਗਾ, ਟੁੱਟ ਜਾਣੇ ਦੀਆਂ ਤੇਥੋਂ ਉਹ ਨਾਬਰ ਨਹੀਂ ਤਾਂ ਸੀ। ਦੁੱਧ ਦੀ ਘੁੱਟ ਅੰਦਰ ਲਗਾ ਕੇ ਹੌਂਕਦਾ ਬੋਲਿਆ, ਭੱਜ ਗਿਆ ਮੇਰਾ ਸਾਲਾ ਝਿਉਰ। ਖੜਦਾ ਤਾਂ ਦੱਸਦਾ ਮੈਂ ਉਹਨੂੰ, ਪਰ ਹੁਣ ਨਹੀਂ ਕਦੇ ਵਾੜਦਾ ਉਹ ਇਸ ਪਿੰਡ। ਇਹ ਤਾਂ ਪੱਕ ਜਾਣ ਤੂੰ। ਮੁੜ ਕੇ ਆਇਆ ਤਾਂ ਟੰਗ ਵੜ ਦੂੰ ਸਾਲੇ ਝੋਰ ਦੀ। ਗਿੰਦਰ ਖੇਤ ਗਿਆ ਹੋਇਆ ਸੀ। ਵਰਾਂਡੇ ਵਿੱਚ ਕਹਿਰ ਸਿੰਘ ਪਿਆ ਸੀ। ਉਹ ਤਾਂ ਪਰਾਂ ਸਾਬਤ ਵਿੱਚ ਬੈਠੇ ਹੋ ਗੱਲਾਂ ਕਰ ਰਹੇ ਸਨ। ਬੁੜੇ ਨੂੰ ਕੋਈ ਪਤਾ ਨਹੀਂ ਸੀ। ਉਹਨੂੰ ਇੰਨੀ ਕੀ ਸੋਹਤਾ ਸੀ ਕਿ ਘਰ ਵਿੱਚ ਕੋਈ ਓਪਰਾ ਬੰਦਾ ਆਇਆ ਤੇ ਹਰਨਾਮੀ ਨਾਲ ਗੱਲਾਂ ਕਰ ਰਿਹਾ ਹੈ। ਪਰ ਇਹ ਸਮਝ ਕੇ ਨਹੀਂ ਸੀ ਕਿ ਗੱਲਾਂ ਕਰ ਰਿਹਾ ਤੇ ਨਾਲੇ ਹੁਣ ਹਰਨਾਮੀ ਸਹੁਰੇ ਦੀ ਪਰਵਾਹ ਵੀ ਕੋਈ ਨਹੀਂ ਸੀ ਕਰਦੀ। ਉਹ ਤਾਂ ਸਗੋਂ ਉਹ ਤੋਂ ਡਰਦਾ ਸੀ। ਸੋਚਦਾ ਗੰਦੀ ਤੀਮੀ ਹੈ, ਕੀ ਹੈ, ਢੋਲ ਤਫਾ ਹੀ ਕਹਿ ਨਾ ਕਰ ਦੇਵੇ। ਹੁਣ ਕਿੱਥੇ ਆ ਉਹਦੇ ਪਹੁੰਚ। ਉਹ ਤਾਂ ਇੱਕ ਮੁੱਕੀ ਦੀ ਮਾਰ ਵੀ ਨਹੀਂ ਸੀ। ਕਦੇ ਕਦੇ ਜਿਸ ਦਿਨ ਅਰਜਨ ਦੀ ਭਰਜਾਈ ਬੰਤੋਂ ਕਿਸੇ ਦੇ ਰਿਸ਼ਤੇਦਾਰੀ ਵਿੱਚ ਮਿਲਣ ਗਈ ਹੁੰਦੀ ਜਾਂ ਕਿਸੇ ਦੇ ਸਕੀਰੀ ਵਿੱਚ ਕੋਈ ਵਿਆਹ ਹੁੰਦਾ ਤਾਂ ਅਰਜਨ ਘਰ ਹੀ ਰਹਿੰਦਾ। ਝੰਡਾ ਵੀ ਘਰ ਨਾ ਹੁੰਦਾ। ਉਸ ਦਿਨ ਅਰਜਨ ਦੀ ਬੈਠਕ ਵਿੱਚ ਸ਼ਿਆਮੋ ਆ ਜਾਂਦੀ। ਸ਼ਿਆਮੋ ਹਰਨਾਮੀ ਨੂੰ ਸੱਦ ਲਿਆਉਂਦੀ। ਉਹ ਤਿੰਨੇ ਦਾਰੂ ਪੀਂਦੇ। ਸ਼ਿਆਮੋ ਗੁੱਟ ਹੋ ਕੇ ਪਰਾਂ ਮੰਜੇ ਉੱਤੇ ਪਾਸਾ ਮਾਰ ਕੇ ਪਈ ਰਹਿੰਦੀ। ਹਰਨਾਮੀ ਨੂੰ ਦਾਰੂ ਪੀਣ ਸ਼ਿਆਮੋ ਨੇ ਹੀ ਲਾਇਆ ਸੀ। ਆਥਣੇ ਜਿਹੇ ਮੂੰਹ ਹੱਥ ਧੋ ਕੇ ਅਰਜਨ ਦੀ ਬੈਠਕ ਵਿੱਚ ਬਾਹਰ ਨਿਕਲਦੀਆਂ। ਮੂੰਹ ਵਿੱਚ ਸੌਂਫ ਪਾ ਕੇ ਜਾੜਾਂ ਥੱਲੇ ਚਾਪਦੀਆਂ ਰਹਿੰਦੀਆਂ। ਦੂਜੇ ਕਿਸੇ ਨੂੰ ਸ਼ਰਾਬ ਦਾ ਮੁਸ਼ਕ ਨਾ ਆਵੇ। ਉਹ ਬੰਦਿਆਂ ਵਾਂਗੂ ਥੋੜਾ ਸ਼ਰਾਬ ਪੀਂਦੀਆਂ। 2 ਕੌਲੀਆਂ ਤੋਂ ਵੱਧ ਨਹੀਂ। ਸ਼ਾਮੋ ਤੀਜੀ ਕੌਲੀ ਤੇ ਕਦੇ ਕਦੇ ਚਾੜ ਜਾਂਦੀ ਸੀ। ਸ਼ਾਮੋ ਨੂੰ ਸ਼ਰਾਬ ਪੀਣ ਤੇ ਪੈਸੇ ਖਾਣ ਦੀ ਪੱਕੀ ਲੱਤ ਸੀ। ਉਹਦੀ ਇਸ ਕਮਜ਼ੋਰੀ ਤੋਂ ਅਰਜਨ ਫਾਇਦਾ ਉਠਾਉਂਦਾ। ਭਦੌੜ ਵਿਸਾਖੀ ਦੀ ਮੇਲੇ ਉੱਤੇ ਸ਼ਾਮੋ ਹਰ ਸਾਲ ਜਾਂਦੀ। ਸੇਲ ਭਰਾ ਦਾ ਮੇਲਾ ਤਾਂ ਉਹਨਾਂ ਨੇ ਜਮਾ ਗਵਾਂਢ ਵਿੱਚ ਸੀ। ਕੋਈ ਨਾ ਕੋਈ ਗਾਹਕ ਉਹ ਲੱਭ ਲੈਂਦੀ। ਪਿਛਲੀ ਵਾਰ ਭਦੌੜ ਅਰਜਨ ਤੇ ਹਰਨਾਮੀ ਮੇਲੇ ਔਣ ਕਰਵਾ ਦਿੱਤਾ। ਆਪ ਤਾਂ ਉਹ ਪਿੰਡ ਮੁੜ ਆਈ ਸੀ, ਪਰ ਅਰਜਨ ਤੇ ਹਰਨਾਮੀ ਰਾਤ ਰਹਿਣ ਦਾ ਪ੍ਰਬੰਧ ਉਹਨੇ ਭਦੌੜ ਪਿੰਡ ਵਿੱਚ ਹੀ ਕਿਸੇ ਦੇ ਘਰ ਕਰ ਦਿੱਤਾ ਸੀ ਤੇ ਸੇਲਬਰਾ ਅੱਧੀ ਰਾਤ ਤੱਕ ਰਹਿਣ ਦਾ ਨਾਟਕ ਉਹਨੇ ਸੋਹਣਾ ਰਚ ਲਿਆ ਸੀ। ਪਿੰਡ ਵਿੱਚ ਥਾਂ ਬਦਮਾਸ਼ਾਂ ਦੇ ਅੱਡੇ ਸੀ। ਸ਼ਾਮੇ ਨੂੰ ਹਰ ਅੱਡੇ ਦੀ ਭਿਣਕ ਸੀ। ਸੇਲਬਰਾ ਵੀ ਉਹਨੇ ਅਜਿਹਾ ਇੱਕ ਅੱਡਾ ਲੱਭਿਆ ਸੀ। ਅੱਧੀ ਰਾਤ ਤੱਕ ਉੱਥੇ ਉਹਨਾਂ ਦਾ ਸ਼ੁਗਲ ਮੇਲਾ ਚੱਲਦਾ ਰਿਹਾ ਸੀ। 1 ਮੀਲ ਦੀ ਵਿੱਥ ਉੱਤੇ ਸਾਰੀ ਰਾਤ ਠਹਿਰਨ ਦਾ ਕੀ ਮਤਲਬ? ਗਿੰਦਰ ਕੀ ਸੋਚੇਗਾ? ਸ਼ਿਆਮੋ ਦਾ ਸਾਰਾ ਪ੍ਰਤਾਪਾ ਕੀ ਸੋਚੇਗਾ? ਇਸ ਕਰਕੇ ਹੀ ਅਰਜਨ ਉਹਨੇ ਦੋਵਾਂ ਜਾਣੀਆਂ ਨੇ ਅੱਧੀ ਰਾਤ ਪਿੰਡ ਲੈ ਆਇਆ ਸੀ। ਗਿੰਦਰ ਨੇ ਘਰ ਆ ਕੇ ਫਿਰ ਗਿੰਦਰ ਨਾਲ ਲਿਜਾ ਕੇ ਸ਼ਾਮੋ ਨੂੰ ਆਪਣੇ ਘਰ ਜੋ ਨਾਟਕ ਖੇਡਿਆ, ਉਹਦਾ ਭੇਤ ਅਰਜਨ ਤੋਂ ਬਿਨਾਂ ਹੋਰ ਕੋਈ ਕਿਸੇ ਨੂੰ ਨਹੀਂ ਸੀ। 2 ਦਿਨ ਹੀ ਗੁੰਮ ਰਹਿ ਕੇ ਕਹਿਰ ਸਿੰਘ ਚੱਲਦਾ ਹੋਇਆ। ਉਹਦੀ ਉਮਰ ਇੰਨੀ ਵੱਡੀ ਨਹੀਂ ਸੀ ਕਿ ਉਹਨੂੰ ਖੰਘ ਰਹਿੰਦੀ। 10 ਕੁ ਸਾਲਾਂ ਤੋਂ ਉਹਨੇ ਫੀਮ ਖਾਣੀ ਸ਼ੁਰੂ ਕਰ ਦਿੱਤੀ ਸੀ। ਫੀਮ ਨਾਲ ਖੰਘ ਟਿਕੀ ਰਹਿੰਦੀ। ਖੈਰ, ਖੰਘ ਨਾਲ ਬੰਦਾ ਮਰਦਾ ਤਾਂ ਨਹੀਂ ਹੁੰਦਾ।
ਉਹਦੇ ਸੱਥਰ ਉੱਤੇ ਲੋਕ ਗੱਲਾਂ ਕਰਦੇ ਕਿ ਇਹਨੂੰ ਤਾਂ ਗਮ ਹੀ ਚੁੱਕ ਕੇ ਲੈ ਗਿਆ। ਗਮ ਕਾਹਦਾ, ਇਹ ਤਾਂ ਕੋਈ ਉੱਭਰ ਕੇ ਹੀ ਬੋਲਦਾ ਸੀ। ਉਹ ਤਾਂ ਸਭ ਨੂੰ ਹੀ ਪਤਾ ਸੀ ਕਿ ਕੁਝ ਸਾਲਾਂ ਤੋਂ ਉਹਦਾ ਉਕਰ ਆਦਰ ਘਟਦਾ ਜਾ ਰਿਹਾ ਸੀ। ਗਿੰਦਰ ਦੀ ਬਹੂ ਨੂੰ ਕੋਈ ਬੱਚਾ ਨਹੀਂ ਹੋਇਆ ਸੀ। ਉਹ ਬਦਕਾਰ ਹੀ ਸਹੀ, ਪਰ ਚੂਹਾ ਤਾਂ ਜੰਮ ਦਿੰਦੀ, ਬੱਤੀ ਨਾਲ ਬੱਤੀ ਲੱਗ ਜਾਂਦੀ। ਜਿਸ ਦਿਨ ਤੋਂ ਹਰਨਾਮੀ ਉਹਦੀ ਪਿੱਠ ਉੱਤੇ ਲੱਤ ਮਾਰੀ, ਉਹ ਘੁੱਟ ਵੱਟ ਕੇ ਹੀ ਰਹਿ ਗਿਆ। ਬਸ ਉਸੇ ਦਿਨ ਤੋਂ ਹੀ ਉਹਦਾ ਸਰੀਰ ਖੁਰਨ ਲੱਗ ਪਿਆ। ਬੁੜੀਆਂ ਵਿੱਚ ਹੁੰਦੀ ਹੁੰਦੀ ਗੱਲ ਪੰਤੋ ਕੋਲੇ ਵੀ ਪਹੁੰਚ ਗਈ। ਜਦੋਂ ਕਦੇ ਉਹ ਸਾਖ ਸਕੀਰੀ ਵਿੱਚ ਜਾਂਦੀ ਤਾਂ ਉਹਦੇ ਘਰ ਬੈਠਕ ਵਿੱਚ ਗਿੰਦਰ ਦੀ ਬਹੂ ਹਰਨਾਮੀ ਜ਼ਰੂਰ ਆਉਂਦੀ ਤੇ ਨਾਲ ਹੁੰਦੀ ਪ੍ਰਤਾਪੇ ਕੀ ਬਦਕਾਰ ਸ਼ਿਆਮੋ। ਝੰਡੇ ਨੂੰ ਸਭ ਪਤਾ ਸੀ, ਪਰ ਉਹ ਜਾਣ ਕੇ ਹੀ ਘਰੋਂ ਟਲ ਜਾਂਦਾ। ਉਹਨੂੰ ਬੰਤੋ ਕੋਲ ਕਦੇ ਵੀ ਜ਼ਿਕਰ ਨਹੀਂ ਕੀਤਾ ਸੀ। ਝੰਡੇ ਦੇ ਚਿੱਤ ਵਿੱਚ ਪਤਾ ਨਹੀਂ ਕੀ ਸੀ। ਉਹ ਅਰਜਨ ਦੀਆਂ ਮਨ ਆਈਆਂ ਨੂੰ ਗੋਲਦਾ ਜਾ ਰਿਹਾ ਸੀ ਤੇ ਉਸ ਕੋਲ ਤੀਵੀਂ ਆ ਕੇ 13ਵੀਆਂ ਸੁਣਾ ਦਿੰਦਾ। ਅਤੇ ਫਿਰ ਵਿਸਾਖੀ ਦੇ ਵਿੱਚ ਹਰਖੀ ਹਰਖਾਈ ਨੇ ਕਹਿ ਕੇ ਘਰ ਵੱਲ ਮੂੰਹ ਕਰ ਲਿਆ। ਗਈ ਤਾਂ ਤੁੱਸ ਦੇ ਕੇ ਉਹਨੇ ਅੰਦਰ ਵੜ ਗਈ। ਜਾਣ ਸਾਰ ਪਸੂਰੇ ਸਾਣ ਵਾਂਗੂ ਮੂੰਹ ਕਰ ਲਿਆ ਤੇ ਦਾਂਤ ਤੁੱਸ ਦੇ ਕੇ ਉਹਨਾਂ ਦੇ ਅੰਦਰ ਵੜ ਗਈ ਤੇ ਉਹਨਾਂ ਨੂੰ ਭੂਸਰੇ ਸਾਣ ਵਾਂਗੂ ਦੇ ਝੜੇਕਾਂ ਮਾਰਨ ਲੱਗੀ। ਕਿਉਂ ਕੁੜੀਏ ਹਰਨਾਮੇ ਲੁੱਚੀਏ, ਕਿਉਂ ਸਾਡਾ ਘਰ ਪੁੱਟਣ ਨੂੰ ਲਿਆ ਤੂੰ? ਵਸ ਲੈਣ ਦੇ 2 ਦਿਨ। ਸਹੁਰੇ ਦੀ ਮਿੱਟੀ ਤੇ ਮਿਲਿਆ ਫੂਕ ਦਿੱਤੀ ਦਾੜੀ, ਕਹਿਰ ਕੰਜਰ ਦੀ, ਕੁਛ ਮਾਪਿਆਂ ਦੀ ਲੱਜ ਸ਼ਰਮੀ ਰੱਖ ਲੈ। ਹਰਨਾਮੀ ਸੁਣੀਗੀ ਤੇ ਫਿਰ ਆਖਰੋਂ ਬੋਲਣ ਲੱਗੀ, ਦਾੜੀ ਫੂਕ ਆਪਦੇ ਖਸਮ ਦੀ ਜਾਂ ਆਪਦੇ ਪਿਓ ਕੰਜਰ ਦੀ ਫੂਕ ਲੈ। ਸ਼ਰਮ ਨਹੀਂ ਆਉਂਦੀ ਫੁੱਟੱਟੀ ਨੂੰ? 2 ਖਸਮ ਹੰਡਾਉਂਦੀ ਐ, ਹੱਡ ਚੂਸਣ ਤੇਰੀਆਂ ਧੀਆਂ ਛੋਕਰੀਆਂ। ਉਹਨਾਂ ਨੂੰ ਪਿਆ ਮੂਤ, ਵਿਚਾਲਿਓ ਪਾੜ ਕੇ ਰੱਖ ਦੂੰ ਮੈਂ। ਮੈਨੂੰ ਬੋਲਣ ਨੂੰ ਮਰਦੀ ਐ, ਵਗ ਜਾ ਇੱਥੋਂ ਭਲੀ ਭਾਤ, ਨਹੀਂ ਤਾਂ ਇੱਟ ਮਾਰ ਕੇ ਮੱਥਾ ਪਾੜ ਦੋ ਦੂ ਵੇਚੜ ਦਾ। ਇੱਕ ਹੜਦੀ ਤਾਂ ਦੂਜੀ ਬੋਲਣ ਲੱਗ ਪੈਂਦੀ ਤੇ ਫਿਰ ਦੋਵੇਂ ਹੀ ਇੱਕੋ ਸਾਹ ਬੋਲ ਰਹੀਆਂ ਸਨ। ਕਿਸੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ। ਇਹ ਦੋਵੇਂ ਜਾਣੀਆਂ ਲੋਕਾਂ ਨੂੰ ਆਪਣੀਆਂ ਗੱਲਾਂ ਸੁਣਾ ਰਹੀਆਂ ਸਨ। ਆਲੇ ਦੁਆਲੇ ਦੇ ਘਰ ਦੀਆਂ ਤੀਵੀਆਂ ਬੁੜੀਆਂ ਆਪੋ ਆਪਣੇ ਬਾਰਾਂ ਵਿੱਚ ਆ ਖੜੀਆਂ ਉਹਨਾਂ ਦੀ ਲੜਾਈ ਦਾ ਤਮਾਸ਼ਾ ਦੇਖ ਰਹੀਆਂ ਸਨ। ਕਈ ਜਣੀਆਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਕੇ ਬਨੇਰਿਆਂ ਉੱਤੇ ਜਾ ਖੜੀਆਂ। ਘਰ ਵਿੱਚ ਤਾਂ ਫਿਰ ਜਦੋਂ ਦੋਵੇਂ ਹੀ ਹੰਭਣ ਵਾਲੀਆਂ ਹੋਈਆਂ ਤਾਂ ਪ੍ਰੀਤਮ ਦੀ ਮਾਂ ਘਰੋਂ ਬਾਹਰ ਨਿਕਲੀ। ਹਰਨਾਮੀ ਨੂੰ ਉਹਨੂੰ ਦਰਵਾਜ਼ੇ ਅੰਦਰ ਧੱਕਾ ਦੇ ਕੇ ਤਖਤਿਆ ਬਾਹਰਲਾ ਕੁੰਡਾ ਲਾ ਲਿਆ। ਬੰਤੋ ਨੂੰ ਬਾਂਹ ਫੜ ਕੇ ਉਹਦੇ ਘਰ ਨੂੰ ਲੈ ਗਈ ਤੇ ਫਿਰ ਹੋਰ ਬੁੜੀਆਂ ਨੂੰ ਵੀ ਜਾਣ ਦਿਓ ਪਰੇ, ਨਹੀਂ ਛੱਡੋ ਪਰੇ ਕਹਿਣ ਲੱਗ ਪਈਆਂ। ਬੰਤੋ ਨੂੰ ਵੀ ਗੁੱਸਾ ਬਿਲਕੁਲ ਨਹੀਂ ਸੀ ਕਿ ਅਰਜਨ ਹਰਨਾਮੀ ਪਿੱਛੇ ਘਰ ਦਾ ਪੈਸਾ ਬਰਬਾਦ ਕਰਦਾ ਹੈ। ਉਹਨੂੰ ਤਾਂ ਮੇਚਵਾ ਸੀ ਕਿ ਉਹ ਆਪਣੇ ਹੱਥਾਂ ਵਿੱਚ ਕਿਉਂ ਨਿਕਲਦਾ ਜਾ ਰਿਹਾ ਹੈ। ਵਾਹ ਲੱਗਦੀ ਹੁਣ ਉਹ ਘਰੋਂ ਬਾਹਰ ਨਾ ਜਾਂਦੀ, ਸਾਗ ਸਕੀਰੀ ਵਿੱਚ ਮਸਾਂ ਹੀ ਜਾਂਦੀ। ਬੈਠਕ ਦੇ ਪਏ ਵੱਲ ਤਖਤਿਆਂ ਨੂੰ ਜਿੰਦਾ ਲਵਾ ਕੇ ਕੁੰਜੀ ਉਹਨੇ ਆਪਣੇ ਕੋਲ ਰੱਖ ਲਈ। ਉਹਦਾ ਫੇਰ ਵੀ ਦਿਲ ਨਾ ਖੜਿਆ। ਤਖਤਿਆਂ ਦੇ ਅੰਦਰਲੇ ਪਾਸੇ ਵੱਡੀਆਂ ਵੱਡੀਆਂ ਮੇਖਾਂ ਨਾਲ ਲੰਮੇ ਲੋੜ ਤੋਂ ਫੱਟੀਆਂ ਜੜਵਾ ਦਿੱਤੀਆਂ। ਉਹ ਝੰਡੇ ਨਾਲ ਨਿੱਤ ਕਲੇਸ਼ ਕਰਦੀ, ਤੂੰ ਸੁਰਤ ਕਿਉਂ ਨਹੀਂ ਕਰਦਾ? ਬਗਾਨੀ ਧੀਵੀਂ ਦੇ ਢਿੱਡ ਵਿੱਚ ਸਾਰਾ ਘਰ ਉਲਦੀ ਜਾਂਦੀ ਹੈ। ਇਹ ਹੌਲੀ ਹੌਲੀ ਸਮਝਾਉਣ ਲੱਗਦੀ ਹੈ, ਜਦੋਂ ਮੈਂ ਹੈਗੀ ਆ ਘਰੇ ਉਹ ਕਿਸ ਕੰਜਰੀ ਨੂੰ ਸੱਦਦਾ, ਉਹ ਕਿੱਧਰਲੀ ਆ ਹੋਰ ਪਰੀ ਹੈ। ਉਹ ਤੋਂ ਤਾਂ ਬੇਰ ਲੈ ਕੇ ਖਾਣ ਨੂੰ ਵੀ ਜੀ ਨਹੀਂ ਕਰਦਾ ਕਿਸੇ ਦਾ। ਝੰਡੇ ਉੱਤੇ ਕੋਈ ਅਸਰ ਨਾ ਹੁੰਦਾ। ਉਹਦੀ ਇੱਕ ਗੱਲ, ਮੁੰਡਾ ਖੁੰਡਾ ਹੱਸ ਕੇ ਖੇਡ ਲੈਣ ਦੇ, ਆਪਣਾ ਕੀ ਜਾਂਦਾ, ਕਿੰਨਾ ਕੁ ਖਰਾਬ ਕਰ ਦੂ। ਕਰ ਅੱਧ ਦਾ ਮਾਲਕ ਹੈ, ਇੱਕ ਦਿਨ ਸਾਰੀ ਮਾਲਕ ਤੇਰੇ ਪੁੱਤ ਨੇ ਹੀ ਬਣ ਜਾਣਾ। ਤੂੰ ਡੂੰਘੀ ਸੋਚ। ਅਰਜਨ ਦੀ ਬੈਠਕ ਵਿੱਚ ਹਰਨਾਮੀ ਦਾ ਆਉਣਾ ਬੰਦ ਹੋ ਗਿਆ। ਦਾ ਬਚਾ ਕੇ 2-4 ਵਾਰ ਉਹ ਪ੍ਰਤਾਪੇ ਦੇ ਘਰ ਮਿਲੇ ਸਨ, ਪਰ ਉੱਥੇ ਵੀ ਠੀਕ ਨਹੀਂ ਸੀ। ਕੋਈ ਮਸਾਂ ਹੀ ਅਜਿਹਾ ਤੇ ਫਿਰ ਮੇਲਾ ਕਿਹੜਾ ਨਿਤ ਨਿਤ ਲੱਗਦਾ। ਪਿੰਡ ਵਿੱਚ ਹੋਰ ਠਈਆਂ ਨੂੰ ਵੀ ਉਹਨਾਂ ਜੋ ਬਣਾਈਆਂ ਸਨ, 2-3 ਵਾਰ ਵੱਧ ਨਹੀਂ ਚੱਲੀਆਂ। ਅਖੀਰ ਅਰਜਨ ਨੇ ਗਿੰਦਰ ਦੇ ਘਰ ਆਉਣਾ ਹੀ ਜਾਣਾ ਬੰਦ ਕਰ ਦਿੱਤਾ। ਗਿੰਦਰ ਖੇਤ ਨੂੰ ਗਿਆ ਹੁੰਦਾ ਤਾਂ ਉਹ ਫਟ ਦਰਵਾਜ਼ਾ ਆ ਵੜਦਾ। ਇਹ ਸਿਲਸਿਲਾ ਕਈ ਮਹੀਨੇ ਚੱਲਦਾ ਰਿਹਾ, ਪਰ ਹੁਣ ਉਹ ਦਾਰੂ ਪੀਣ ਦਾ ਕੰਮ ਬੰਦ ਹੋ ਗਿਆ। ਸ਼ਾਮੋਂ ਅੱਡ ਦੁਖੀ ਸੀ। ਅਰਜਨ ਨੂੰ ਹੁਣ ਉਹਦੀ ਕੋਈ ਬਹੁਤੀ ਲੋੜ ਵੀ ਨਹੀਂ ਰਹਿ ਗਈ ਸੀ। ਉਹ ਨਾਰਾਜ਼ ਰਹਿੰਦੀ। ਕਿਸੇ ਨਾ ਕਿਸੇ ਤਰ੍ਹਾਂ ਗਿੰਦਰ ਦੇ ਕੰਨਾਂ ਵਿੱਚ ਉਹ ਗੱਲ ਪੈ ਗਈ ਕਿ ਅਰਜਨ ਚੋਰੀ ਉਹਨਾਂ ਦੇ ਘਰ ਹੁੰਦਾ ਹੈ। ਆਨੀ ਬਹਾਨੀ ਉਹ ਹਰਨਾਮੀ ਉੱਤੇ ਖਿਜਣ ਲੱਗਿਆ। ਰੁੱਸ ਜਾਇਆ ਕਰੇ, ਰੋਟੀ ਨਾ ਖਾਂਦਾ, ਕਦੇ ਕਦੇ ਥਾਲੀ ਵਿੱਚ ਪਾਈ ਰੋਟੀ ਕੰਧ ਨਾਲ ਮਾਰਦਾ, ਖਾਮ ਖਾਂ ਹੀ ਪਸ਼ੂਆਂ ਨੂੰ ਗਾਲਾਂ ਕੱਢਦਾ ਰਹਿੰਦਾ। ਐਵੇਂ ਹੀ ਕੋਈ ਹੋਰ ਬਹਾਨਾ ਬਣਾ ਕੇ ਹਰਨਾਮੀ ਨੂੰ 2 ਵਾਰੀ ਕੁੱਟਿਆ ਵੀ। ਹਰਨਾਮੀ ਨੇ ਰੋ ਰੋ ਕੇ ਅੱਖਾਂ ਲਾਲ ਕੀਤੀਆਂ ਸਨ। ਪੇਕੀ ਜਾ ਕੇ ਬੈਠਣ ਦਾ ਡਰਾਵਾ ਵੀ ਦਿੱਤਾ, ਪਰ ਗਿੰਦਰ ਦੇ ਮਨੋਂ ਗੱਲ ਨਿਕਲਦੀ ਨਹੀਂ ਸੀ। ਉਹਨੂੰ ਖੇਤ ਜਾਏ ਬਗੈਰ ਵੀ ਨਹੀਂ ਸੀ ਸਰਦਾ। 2 ਵਾਰੀ ਖੇਤੋਂ ਕੰਮ ਛੱਡ ਕੇ ਅਚਾਨਕ ਹੀ ਘਰ ਆਇਆ। ਘਰ ਵਿੱਚ ਅਰਜਨ ਨੂੰ ਉਹਨੂੰ ਨਹੀਂ ਮਿਲਿਆ। ਇਸ ਨਾਲ ਤਾਂ ਹਰਨਾਮੀ ਸਗੋਂ ਚੁਗੰਨੀ ਹੋ ਗਈ। ਹਰਨਾਮੀ ਇੱਕ ਦਿਨ ਪਰਾਗ ਦਾਸ ਦੇ ਡੇਰੇ ਗਈ। ਡੇਰਾ ਪਿੰਡ ਦੇ ਬਾਹਰੋਂ ਬਾਹਰ ਛਿਪ ਦੇ ਵਿੱਚ ਸੀ।
ਇਸ ਪਿੰਡ ਵਿੱਚ ਭਰਾਗ ਦਾਸ ਦੇ ਆਏ ਨੂੰ 10-12 ਸਾਲ ਹੋ ਗਏ ਸਨ। ਜਦੋਂ ਉਹ ਆਇਆ ਸੀ ਤਾਂ ਪੁਰਾਣੇ ਆਵੇ ਉੱਤੇ ਉਹਨੇ ਧੂਣੀਆਂ ਤੱਪੀਆਂ ਸੀ। ਸਿਆਲ ਵਿੱਚ ਜਲਤਰਾ ਕੀਤਾ। ਫਿਰ ਤਾਂ ਪਿੰਡ ਦੇ ਲੋਕ ਆਮ ਹੀ ਉਹਦੇ ਕੋਲ ਆਉਣ ਲੱਗ ਪਏ, ਬੁੜੀਆਂ ਬਹੂਆਂ ਤੇ ਮੁਟਿਆਰ ਕੁੜੀਆਂ ਵੀ। ਵਿਹਲੇ ਬੰਦੇ ਦੀ ਤਾਂ ਹਰ ਵੇਲੇ ਹੀ ਆਵੇ ਉੱਤੇ ਬੈਠੇ ਰਹਿੰਦੇ, ਰਾਤ ਨੂੰ ਵੀ ਉੱਥੇ ਹੀ ਸੌਂ ਜਾਂਦੇ। ਅੰਨ ਪਾਣੀ ਖੁੱਲਾ ਮਿਲਦਾ ਸੀ, ਦੁੱਧ, ਚਾਹ, ਰੋਟੀਆਂ ਤੇ ਭਾਂਤ-ਭਾਂਤ ਦੀਆਂ ਦਾਲਾਂ ਸਬਜ਼ੀਆਂ। ਹੋਰ ਉਹਨਾਂ ਨੇ ਕੀ ਲੈਣਾ ਸੀ? ਸਾਧ ਧਾਗ ਤਵੀਤ ਕਰ ਦਿੰਦਾ। ਉਹ ਤਵੀਤਾਂ ਨਾਲ ਪਿੰਡ ਦੇ ਕਈ ਬੰਦੇ ਰਾਜੀ ਹੋਏ ਸਨ। ਸੋਕੇ ਨਾਲ ਮਰ ਰਹੇ ਜਵਾਕ ਬਚ ਰਹਿੰਦੇ। ਮਿਰਗੀ ਵਰਗੇ ਰੋਗ ਵੀ ਉਹਨਾਂ ਨੇ ਹਟਾ ਦਿੱਤੇ। ਕਿੰਨੀਆਂ ਹੀ ਜਵਾਨ ਕੁੜੀਆਂ ਦੇ ਬਹੂਆਂ ਵਿੱਚ ਭੂਤਾਂ ਕੱਢੀਆਂ। ਕੋਠੇ ਕੜਕ ਸਿੰਘ ਹੀ ਨਹੀਂ, ਆਲੇ ਦੁਆਲੇ ਦੇ ਹੋਰ ਪਿੰਡਾਂ ਵਿੱਚ ਵੀ ਪ੍ਰਾਗ ਦਾਸ ਦਾ ਨਾਂ ਉੱਘਾ ਹੋ ਗਿਆ। ਲੋਕ ਉਹਨੂੰ ਚੜਾਵੇ ਚਾ ਜਾ ਕੇ ਜਾਂਦੇ। ਪਾਖਰ ਸਿੰਘ ਨੰਬਰਦਾਰ ਕੋਲ ਜ਼ਮੀਨ ਜਾਇਦਾਦ ਬਹੁਤ ਸੀ।